प्यारे विद्यार्थियों, ਆਪਾਂ पिछली वीडियो ਵਿੱਚ ਨਾਗਰਿਕ ਸ਼ਾਸਤਰ ਦਾ ਪਾਠ 24 ਸੰਵਿਧਾਨ ਅਤੇ ਕਾਨੂੰਨ ਪੜ੍ਹਿਆ ਸੀ। ਅੱਜ ਆਪਾਂ ਇਸ ਵੀਡੀਓ ਵਿੱਚ ਬਾਕੀ ਰਹਿੰਦਾ ਪਾਠ ਪੜਾਂਗੇ। ਇਸ ਵੀਡੀਓ ਵਿੱਚ ਮੈਂ ਪਿਛਲੀ ਵੀਡੀਓ ਦੇ ਕੁਝ ਗੱਲਾਂ ਤੁਹਾਨੂੰ ਰਿਪੀਟ ਕਰ ਰਿਹਾ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਣ ਤੋਂ ਬਾਅਦ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ। ਸੰਵਿਧਾਨ ਕੀ ਹੈ? ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਸਾਡੇ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ। ਜਿਹੜੀ ਕਮੇਟੀ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਸੀ, ਉਸ 7 ਮੈਂਬਰੀ ਕਮੇਟੀ ਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਸਨ। ਉਸ ਕਮੇਟੀ ਨੇ 2 ਸਾਲ 11 ਮਹੀਨੇ 18 ਦਿਨ ਵਿੱਚ ਇਸ ਸੰਵਿਧਾਨ ਦਾ ਨਿਰਮਾਣ ਕੀਤਾ। ਭਾਵੇਂ ਇਹ ਸੰਵਿਧਾਨ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ ਇਸ ਨੂੰ 26 ਜਨਵਰੀ 1950 ਵਿੱਚ ਲਾਗੂ ਕੀਤਾ ਗਿਆ। ਡਾਕਟਰ ਭੀਮ ਰਾਓ ਅੰਬੇਦਕਰ ਕਮੇਟੀ ਦੇ ਚੇਅਰਮੈਨ, ਜਿਸ ਕਮੇਟੀ ਨੇ ਸੰਵਿਧਾਨ ਦਾ ਨਿਰਮਾਣ ਕੀਤਾ। ਡਾਕਟਰ ਰਾਜਿੰਦਰ ਪ੍ਰਸਾਦ ਜੀ ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ। ਬੇਟਾ, ਇੱਕ ਕਾਨੂੰਨ ਬਾਰੇ ਪੜ੍ਹਿਆ ਸੀ। ਸੰਵਿਧਾਨ ਕਾਨੂੰਨੀ ਦਸਤਾਵੇਜ਼ ਹੈ। ਕਾਨੂੰਨ ਲਾ ਸ਼ਬਦ ਤੋਂ ਲਿਆ ਗਿਆ ਹੈ, ਇੰਗਲਿਸ਼ ਭਾਸ਼ਾ ਦੇ, ਜਿਸ ਦਾ ਅਰਥ ਹੈ ਨਿਸ਼ਚਿਤ ਨਿਯਮ। ਉਸ ਤੋਂ ਬਾਅਦ ਬੇਟਾ, ਜਿਹੜੇ ਇਹ ਕਾਨੂੰਨ ਹੁੰਦੇ ਹਨ, ਇਹ ਭਾਰਤ ਦੀ ਪਾਰਲੀਮੈਂਟ ਹਾਊਸ ਭਾਵ ਸੰਸਦ ਵਿੱਚ ਬਣਾਏ ਜਾਂਦੇ ਹਨ, ਜਿਸ ਵਿੱਚ 2 ਸਦਨ, ਇੱਕ ਲੋਕ ਸਭਾ, ਇੱਕ ਰਾਜ ਸਭਾ, ਇੱਕ ਰਾਸ਼ਟਰਪਤੀ ਨਾਲ ਮਿਲ ਕੇ ਭਾਰਤੀ ਸੰਸਦ ਦਾ ਨਿਰਮਾਣ ਹੋਇਆ ਹੈ। ਪਹਿਲਾਂ ਕਾਨੂੰਨ ਸੰਬੰਧੀ ਮਤਾ ਲੋਕ ਸਭਾ 'ਚ ਪਾਸ ਹੁੰਦਾ ਹੈ, ਫਿਰ ਉਹ ਮਤਾ ਰਾਜ ਸਭਾ ਵਿੱਚ ਪਾਸ ਕੀਤਾ ਜਾਂਦਾ ਹੈ। ਅਖੀਰ ਵਿੱਚ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਉਹ ਮਤਾ ਕਾਨੂੰਨ ਦਾ ਰੂਪ ਧਾਰਨ ਕਰ ਜਾਂਦਾ ਹੈ। ਇਹ ਸੁਪਰੀਮ ਕੋਰਟ ਭਾਰਤੀ ਸੰਵਿਧਾਨ ਨੂੰ ਸਰਵਉੱਚਤਾ ਦਾ ਦਰਜਾ ਦਿੱਤਾ ਗਿਆ ਹੈ। ਜੇ ਕੋਈ ਵੀ ਕਾਨੂੰਨ ਜਾਂ ਸਰਕਾਰ ਦਾ ਆਦੇਸ਼ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਭਾਰਤੀ ਨਿਆਂਪਾਲਿਕਾ ਉਸ ਆਦੇਸ਼, ਉਸ ਕਾਨੂੰਨ ਨੂੰ ਰੱਦ ਕਰ ਦਿੰਦੀ ਹੈ। ਇਸ ਲਈ ਇਹ ਸੰਵਿਧਾਨ ਦੀ ਪਹਿਰੇਦਾਰ ਹੈ। ਬੇਟਾ, ਅੱਜ ਅਸੀਂ ਪਾਠ ਦਾ ਅਗਲਾ ਹਿੱਸਾ ਸੰਵਿਧਾਨ ਅਤੇ ਲੋਕਤੰਤਰ ਬਾਰੇ ਪੜ੍ਹਾਂਗੇ। ਲੋਕਤੰਤਰ ਕੀ ਹੈ? ਲੋਕਤੰਤਰ ਤੋਂ ਭਾਵ ਲੋਕਾਂ ਦਾ ਸ਼ਾਸਨ। ਅਬਰਾਹਮ ਲਿੰਕਨ ਨੇ ਲੋਕਤੰਤਰ ਦੀ ਬਹੁਤ ਵਧੀਆ ਪਰਿਭਾਸ਼ਾ ਦਿੱਤੀ ਹੈ। ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ। ਸੰਵਿਧਾਨ ਅਨੁਸਾਰ ਸਾਡੇ ਦੇਸ਼ ਵਿੱਚ ਪੂਰਨ ਲੋਕਤੰਤਰੀ ਢਾਂਚਾ ਲਾਗੂ ਕੀਤਾ ਹੈ। ਨਾਗਰਿਕਾਂ ਨੂੰ ਬਹੁਤ ਅਧਿਕਾਰ ਦਿੱਤੇ ਗਏ ਹਨ। ਇੱਕ ਅਧਿਕਾਰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਦਿੱਤਾ ਗਿਆ ਹੈ। ਸਰਕਾਰ ਦੀ ਆਲੋਚਨਾ ਕਰਨਾ ਵੀ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਹੈ। ਜਦੋਂ ਕੋਈ ਸਰਕਾਰ ਲੋਕਾਂ ਦੇ ਹਿੱਤਾਂ ਦੇ ਖਿਲਾਫ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਕਰ ਸਕਦੇ ਹਨ। 15 ਅਗਸਤ 1947 ਤੋਂ ਪਹਿਲਾਂ ਭਾਵੇਂ ਅਸੀਂ ਗੁਲਾਮ ਸੀ, ਤਾਂ ਉਸ ਵੇਲੇ ਵੀ ਬ੍ਰਿਟਿਸ਼ ਸਰਕਾਰ ਦੇ ਬਣਾਏ ਕਾਲੇ ਕਾਨੂੰਨਾਂ ਦੀ ਵਿਰੋਧਤਾ ਕੀਤੀ ਜਾਂਦੀ ਸੀ। ਮਹਾਤਮਾ ਗਾਂਧੀ ਜੀ ਦੁਆਰਾ
1920 ਵਿੱਚ ਨਾ ਮਿਲਵਰਤਨ, 1930 ਵਿੱਚ ਸਿਵਲ ਨਾਫਰਮਾਨੀ, 1942 ਵਿੱਚ ਭਾਰਤ ਛੱਡੋ ਅੰਦੋਲਨ ਚਲਾਏ ਗਏ ਸਨ। ਇਸ ਤੋਂ ਪਹਿਲਾਂ 1905 ਵਿੱਚ ਬੰਗਾਲ ਦੀ ਵੰਡ ਦੀ ਵਿਰੋਧਤਾ ਵੀ ਕੀਤੀ ਗਈ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਸਮਾਨ ਨੂੰ ਨਾ ਵਰਤਣਾ, ਉਹਨਾਂ ਦੇ ਬਣਾਏ ਕੱਪੜੇ ਨਾ ਪਾਉਣਾ ਆਦਿ ਨਾ ਮਿਲਵਰਤਨ ਅੰਦੋਲਨ ਦਾ ਹਿੱਸਾ ਸੀ। ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ 5 ਅਪ੍ਰੈਲ 1930 ਵਿੱਚ ਡਾਂਡੀ ਨਾਮਕ ਸਥਾਨ 'ਤੇ ਲੂਣ ਬਣਾ ਕੇ ਲੂਣ ਕਾਨੂੰਨ ਨੂੰ ਵੀ ਤੋੜਿਆ ਗਿਆ। ਅੰਗਰੇਜ਼ੀ ਸਰਕਾਰ ਦਾ ਬਣਾਇਆ ਲੂਣ ਨਸ਼ਟ ਕਰ ਦਿੱਤਾ। ਸਮੁੰਦਰ ਦੇ ਪਾਣੀ ਨੂੰ ਗਰਮ ਕਰਕੇ ਲੂਣ ਬਣਾ ਕੇ ਖਾਣ ਲਈ ਕਿਹਾ ਗਿਆ। ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਮਹਾਤਮਾ ਗਾਂਧੀ ਜੀ ਨੇ ਡਾਂਡੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਲੂਣ ਬਣਾ ਕੇ ਇਸ ਕਾਲੇ ਕਾਨੂੰਨ ਨੂੰ ਤੋੜਿਆ ਸੀ। ਬੇਟਾ ਪਾਠ ਦੇ ਅੱਗੇ ਵਿੱਚ ਅਗਲੇ ਹਿੱਸੇ ਵਿੱਚ ਕਈ ਕਾਨੂੰਨ ਸ਼ਰਾਬਬੰਦੀ ਨੂੰ ਲਾਗੂ ਕਰਨ ਲਈ ਕਈ ਅੰਦੋਲਨ ਚਲਾਏ ਗਏ। ਕਈ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਲਾਗੂ ਕੀਤੀ। ਸ਼ਰਾਬਬੰਦੀ ਤੋਂ ਭਾਵ ਹੈ ਸ਼ਰਾਬ ਦੀ ਪੈਦਾਵਾਰ ਅਤੇ ਉਹਨੂੰ ਵਰਤਣ 'ਤੇ ਪੂਰੀ ਤਰ੍ਹਾਂ ਪਾਬੰਦੀ। ਜੇਕਰ ਕਿਸੇ ਬੁਰੇ ਕਾਨੂੰਨ ਦੀ ਵਿਰੋਧਤਾ ਨਾ ਹੋਵੇਗੀ ਤਾਂ ਲੋਕਤੰਤਰੀ ਸਰਕਾਰ ਤਾਨਾਸ਼ਾਹੀ ਬਣ ਸਕਦੀ ਹੈ। ਭਾਵ ਇਹ ਹੈ ਕਿ ਕੋਈ ਵੀ ਕਾਨੂੰਨ ਜਿਹੜਾ ਲੋਕਾਂ ਦੇ ਹਿੱਤਾਂ ਦੀ ਵਿਰੋਧਤਾ ਕਰਦਾ ਹੈ, ਲੋਕ ਉਸ ਵਿਰੁੱਧ ਅੰਦੋਲਨ ਕਰ ਸਕਦੇ ਹਨ, ਉਹਨੂੰ ਵਾਪਸ ਕਰਵਾ ਸਕਦੇ ਹਨ। ਇਹ ਇੱਕ ਲੋਕਤੰਤਰੀ ਸਰਕਾਰ ਦਾ ਪ੍ਰਮੁੱਖ ਲੱਛਣ ਹੈ, ਪ੍ਰਮੁੱਖ ਵਿਸ਼ੇਸ਼ਤਾ ਹੈ। ਬੇਟਾ ਇਹ ਪਾਠ ਸੀ, ਤੁਸੀਂ ਇਹਦੀ ਇੱਕ ਵਾਰ ਰੀਡਿੰਗ ਲੈ ਲੈਣਾ। ਇਸ ਤੋਂ ਬਾਅਦ ਆਪਾਂ ਤੁਹਾਡੇ ਪਾਠ 'ਚ ਤੁਸੀਂ ਬੁੱਕਸ 'ਚ ਦੇਖੋਗੇ ਤਾਂ ਅਭਿਆਸ ਪ੍ਰਸ਼ਨ ਹੋਣਗੇ। ਜਿਵੇਂ ਪਹਿਲਾ ਖਾਲਿਸਤਾਨ ਭਰੋ ਸੰਬੰਧੀ ਪ੍ਰਸ਼ਨ ਹੈ, ਭਾਰਤ ਦਾ ਸੰਵਿਧਾਨ ਡੈਸ਼ ਨੂੰ ਲਾਗੂ ਕੀਤਾ ਗਿਆ। ਜਿਵੇਂ ਕਿ ਮੈਂ ਭਰਿਆ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡੈਸ਼ ਸਨ, ਡਾਕਟਰ ਰਜਿੰਦਰ ਪ੍ਰਸਾਦ। ਦਾਜ ਰੋਕ ਕਾਨੂੰਨ ਡੈਸ਼ ਵਿੱਚ ਬਣਿਆ 1961। ਭਾਰਤੀ ਸੰਵਿਧਾਨ ਡੈਸ਼ ਸਾਲ ਡੈਸ਼ ਮਹੀਨੇ ਡੈਸ਼ ਦਿਨਾਂ ਵਿੱਚ ਤਿਆਰ ਕੀਤਾ ਗਿਆ। 2 ਸਾਲ 11 ਮਹੀਨੇ ਅਤੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ। ਭਰੂਣ ਹੱਤਿਆ ਦਾ ਮੂਲ ਕਾਰਨ ਡੈਸ਼ ਰੀਤ ਹੈ, ਦਾਜ ਪ੍ਰਥਾ। ਬੇਟਾ ਜੇ ਤੁਸੀਂ ਪਾਠ ਵਧੀਆ ਤਰੀਕੇ ਨਾਲ ਪੜ੍ਹਿਆ ਹੋਏਗਾ ਤਾਂ ਤੁਸੀਂ ਇਹ ਪ੍ਰਸ਼ਨ ਬਹੁਤ ਆਸਾਨੀ ਨਾਲ ਹੱਲ ਕਰ ਸਕਦੇ ਹੋ। ਨੈਕਸਟ ਹੈ ਸਹੀ ਅਤੇ ਗਲਤ ਨਿਸ਼ਾਨ ਲਗਾਓ। ਡਾਂਡੀ ਨਾਮਕ ਸਥਾਨ 'ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ। ਸਹੀ ਹੈ, ਬਿਲਕੁਲ ਸਹੀ ਹੈ। ਸੈਕਿੰਡ ਹੈ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ। ਗਲਤ ਹੈ, ਕਿਉਂਕਿ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਕਰਦੀ ਹੈ। ਕੋਈ ਵੀ ਕਾਨੂੰਨ ਜੋ ਸੰਵਿਧਾਨ ਦੇ ਉਲਟ ਹੁੰਦਾ ਹੈ, ਸੰਵਿਧਾਨ ਦੀ ਉਲੰਘਣਾ ਕਰਦਾ ਹੈ, ਉਸ ਨੂੰ ਨਿਆਂਪਾਲਿਕਾ ਰੱਦ ਕਰ ਸਕਦੀ ਹੈ। ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਹੁੰਦੀ ਹੈ, ਇਸ ਲਈ ਇਹ ਗਲਤ ਹੈ। ਭਾਰਤ 'ਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ। ਯੈਸ, ਇਹ ਬਿਲਕੁਲ ਸਹੀ ਹੈ। ਫੋਰਥ ਹੈ ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ। ਇਹ ਵੀ ਠੀਕ ਹੈ, ਕਿਉਂਕਿ ਬੁਰੇ ਕਾਨੂੰਨਾਂ ਦੀ ਲੋਕ ਵਿਰੋਧਤਾ ਕਰਦੇ ਹੈ। ਲੋਕਤੰਤਰ ਵਿੱਚ ਇਹ ਲੋਕਾਂ ਨੂੰ ਹੱਕ ਹੁੰਦਾ ਹੈ।
ਕਾਨੂੰਨ ਅਨਿਸ਼ਚਿਤ ਨਿਯਮ ਹੁੰਦੇ ਹਨ। ਇਹ ਗਲਤ ਹੈ ਕਿਉਂਕਿ ਕਾਨੂੰਨ ਜਿਹੜੇ ਨਿਸ਼ਚਿਤ ਨਿਯਮ ਹੁੰਦੇ ਹਨ। ਅੱਗੇ ਮਲਟੀ ਚੋਇਸ ਕੁਐਸਚਨ ਨੇ, ਬਹੁਤੇ ਉੱਤਰਾਂ ਵਾਲੇ ਪ੍ਰਸ਼ਨ। ਤੁਸੀਂ ਇਹਨਾਂ ਵਿੱਚੋਂ ਸਹੀ ਉੱਤਰ ਦੀ ਚੁਆਇਸ ਕਰਨੀ ਹੁੰਦੀ ਹੈ, ਟਿਕ ਕਰਨਾ ਹੁੰਦਾ ਹੈ। ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ? 4 ਆਪਸ਼ਨ ਦਿੱਤੀਆਂ ਹੋਈਆਂ, 26 ਨਵੰਬਰ 1949, 26 ਜਨਵਰੀ 1950, 26 ਜਨਵਰੀ 1930, 26 ਜਨਵਰੀ 1949। ਸਹੀ ਆਨਸਰ ਹੈ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ। ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ? ਜਿਸ ਸੰਵਿਧਾਨ ਸਭਾ ਨੇ ਨਿਰਮਾਣ ਕੀਤਾ ਸੀ, ਜਿਸ ਕਮੇਟੀ ਨੇ, ਉਸ ਦੇ ਚੇਅਰਮੈਨ, ਉਸ ਦੇ ਪ੍ਰਧਾਨ ਡਾਕਟਰ ਭੀਮ ਰਾਓ ਅੰਬੇਦਕਰ ਸਨ। ਹੇਠ ਲਿਖਿਆਂ ਵਿੱਚੋਂ ਕੌਣ ਸਰਵਉੱਚ ਹੈ? ਪ੍ਰਧਾਨ ਮੰਤਰੀ, ਨਿਆਂਪਾਲਿਕਾ, ਰਾਸ਼ਟਰਪਤੀ। ਨੰਬਰ 4 ਸੰਵਿਧਾਨ, ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਕਿ ਸੰਵਿਧਾਨ ਜਿਹੜਾ ਸਰਵਉੱਚ ਹੈ, ਉਸ ਨੂੰ ਸਰਵਉੱਚਤਾ ਦਾ ਦਰਜਾ ਦਿੱਤਾ ਗਿਆ ਹੈ, ਇਸ ਲਈ ਸਹੀ ਆਨਸਰ ਸੰਵਿਧਾਨ ਹੈ। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ। 11, 18, 7, 2। ਸਹੀ ਆਨਸਰ 7 ਹੈ, ਕਿਉਂਕਿ ਜਿਸ ਕਮੇਟੀ ਨੇ ਨਿਰਮਾਣ ਕੀਤਾ ਸੀ ਸੰਵਿਧਾਨ ਦਾ, ਉਹਦੇ ਮੈਂਬਰਾਂ ਦੀ ਗਿਣਤੀ 7 ਹੈ, ਜਿਸ ਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਸਨ। ਅੱਗੇ ਬੇਟਾ ਪ੍ਰਸ਼ਨ ਆ ਜਾਂਦੇ ਹੈ, ਛੋਟੇ ਪ੍ਰਸ਼ਨ, ਓਬਜੈਕਟਿਵ ਟਾਈਪ। ਸੰਵਿਧਾਨ ਤੋਂ ਕੀ ਭਾਵ ਹੈ? ਸੰਵਿਧਾਨ ਤੋਂ ਭਾਵ, ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਕਿਸੇ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ, ਕਿਸੇ ਦੇਸ਼ ਦੀ ਸਰਕਾਰ ਕੰਮ ਕਰਦੀ ਹੈ, ਉਹ ਸੰਵਿਧਾਨ ਅਨੁਸਾਰ ਹੀ ਕੰਮ ਕਰਦੀ ਹੈ। ਸੈਕਿੰਡ ਪ੍ਰਸ਼ਨ ਹੈ, ਸੰਵਿਧਾਨ 26 ਜਨਵਰੀ 1950 ਤੋਂ ਕਿਉਂ ਲਾਗੂ ਕੀਤਾ ਗਿਆ? ਕਿਉਂਕਿ ਇਸ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ 31 ਦਸੰਬਰ 1929 ਨੂੰ ਰਾਵੀ ਕੰਢੇ 'ਤੇ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ ਅਤੇ ਘੋਸ਼ਣਾ ਕੀਤੀ ਸੀ ਕਿ 26 ਜਨਵਰੀ ਦਾ ਜਿਹੜਾ ਦਿਨ ਹੋਏਗਾ ਉਹ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸੇ ਕਰਕੇ ਭਾਵੇਂ ਸੰਵਿਧਾਨ ਜਿਹੜਾ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ, ਪਰ ਇਹ 26 ਜਨਵਰੀ 1950 ਨੂੰ ਹੀ ਲਾਗੂ ਕੀਤਾ ਗਿਆ। ਇਸ ਲਈ 26 ਜਨਵਰੀ ਦੀ ਇਸ ਕਰਕੇ ਮਹੱਤਤਾ ਹੈ ਕਿਉਂਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਸ ਦਿਨ ਨੂੰ ਪੂਰਨ ਸਵਰਾਜ ਦਿਵਸ ਘੋਸ਼ਿਤ ਕੀਤਾ ਸੀ। ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਕਾਨੂੰਨ ਇੰਗਲਿਸ਼ ਦੇ ਸ਼ਬਦ ਲਾ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਨਿਸ਼ਚਿਤ ਨਿਯਮ। ਚੌਥਾ ਪ੍ਰਸ਼ਨ ਹੈ, ਕਾਨੂੰਨ ਦੀ ਕੀ ਅਹਿਮੀਅਤ ਹੈ? ਕਾਨੂੰਨ ਜਿਹੜੇ ਸਮਾਜ ਨੂੰ ਨਿਯਮਿਤ ਕਰਨ ਲਈ ਕਾਨੂੰਨ ਬਹੁਤ ਜ਼ਰੂਰੀ ਹੈ, ਸਾਡੇ ਸਮਾਜਿਕ ਜੀਵਨ ਲਈ ਬਹੁਤ ਜ਼ਰੂਰੀ ਹੈ। ਜੇ ਕਾਨੂੰਨ ਨਾ ਹੋਣਗੇ ਤਾਂ ਸਮਾਜ ਵਿੱਚ ਅਰਾਜਕਤਾ ਹੋਵੇਗੀ, ਸ਼ਾਸਨ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ। ਪੰਜਵਾਂ ਪ੍ਰਸ਼ਨ ਹੈ, ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਹੈ ਕਿ ਨਿਆਂਪਾਲਿਕਾ ਨਿਰਪੱਖ ਹੋ ਕੇ ਬਿਨਾਂ ਪੱਖਪਾਤ ਤੋਂ ਆਪਣੇ ਫੈਸਲੇ ਸੁਣਾਉਂਦੀ ਹੈ, ਕਿਸੇ ਦਬਾਅ ਹੇਠ ਆ ਕੇ ਆਪਣਾ ਫੈਸਲਾ ਨਹੀਂ ਸੁਣਾਉਂਦੀ। ਛੇਵਾਂ ਪ੍ਰਸ਼ਨ, ਮਹਾਤਮਾ ਗਾਂਧੀ ਜੀ ਦੁਆਰਾ ਕਦੋਂ ਅੰਦੋਲਨ ਕੀਤੇ ਗਏ? ਮਹਾਤਮਾ ਗਾਂਧੀ ਜੀ ਦੁਆਰਾ 1920 ਵਿੱਚ ਨਾਮ ਮਿਲਵਰਤਨ, 1930 ਵਿੱਚ ਸਿਵਲ ਨਾਫਰਮਾਨੀ ਅੰਦੋਲਨ, 1942 'ਚ ਭਾਰਤ ਛੱਡੋ ਅੰਦੋਲਨ ਚਲਾਏ ਗਏ। ਅੱਗੇ 50-60 ਸ਼ਬਦਾਂ ਵਾਲੇ ਪ੍ਰਸ਼ਨ ਆ ਜਾਂਦੇ ਹੈ। ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ? ਇਹ ਵੀ ਤੁਹਾਡੇ ਪਾਠ ਵਿੱਚ ਹੈ। ਸੰਵਿਧਾਨ ਨੂੰ ਸਰਵਉੱਚ ਦਾ ਦਰਜਾ ਦਿੱਤਾ ਗਿਆ ਹੈ।
ਸਰਵਉੱਚ ਮੰਨਿਆ ਗਿਆ ਹੈ। ਸਾਡੀ ਕੋਈ ਵੀ ਸਰਕਾਰ ਜੇਕਰ ਸੰਵਿਧਾਨ ਦੇ ਉਲਟ ਕੋਈ ਕਾਨੂੰਨ ਜਾਂ ਆਦੇਸ਼ ਜਾਰੀ ਕਰਦੀ ਹੈ ਤਾਂ ਉਸ ਨੂੰ ਜਿਹੜੀ ਸਾਡੀ ਨਿਆਂਪਾਲਿਕਾ ਜਿਹੜੀ ਹੈ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ, ਉਸ ਨੂੰ ਰੱਦ ਕਰ ਸਕਦੀ ਹੈ। ਇਸ ਲਈ ਸੰਵਿਧਾਨ ਨੂੰ ਸਰਵਉੱਚ ਮੰਨਿਆ ਗਿਆ ਹੈ। ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ? ਭਾਰਤੀ ਸੰਵਿਧਾਨ ਦਾ ਨਿਰਮਾਣ ਇੱਕ ਸੰਵਿਧਾਨ ਸਭਾ ਦੁਆਰਾ ਕੀਤਾ ਗਿਆ। ਇੱਕ ਮਸੌਦਾ ਕਮੇਟੀ ਬਣਾਈ ਗਈ ਜਿਸ ਦੇ 7 ਮੈਂਬਰ ਸਨ। ਉਸ ਕਮੇਟੀ ਨੇ 2 ਸਾਲ 11 ਮਹੀਨੇ 18 ਦਿਨਾਂ ਵਿੱਚ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਅਤੇ ਉਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਨੈਕਸਟ ਪ੍ਰਸ਼ਨ ਹੈ, ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ? ਕਿਉਂਕਿ ਭਾਰਤ ਦੀ ਨਿਆਂਪਾਲਿਕਾ ਸੁਤੰਤਰ ਅਤੇ ਨਿਰਪੱਖ ਹੈ। ਸੁਤੰਤਰ ਤੋਂ ਭਾਵ ਹੈ ਕਿ ਆਪਣੇ ਫੈਸਲੇ ਸੁਤੰਤਰ ਰੂਪ ਵਿੱਚ ਹੋ ਕੇ ਲੈਂਦੀ ਹੈ, ਨਿਰਪੱਖ ਹੋ ਕੇ ਲੈਂਦੀ ਹੈ, ਕੋਈ ਪੱਖਪਾਤ ਨਹੀਂ ਕਰਦੀ। ਔਰ ਨਿਆਂਪਾਲਿਕਾ ਨੂੰ ਨਿਰਪੱਖ ਅਤੇ ਆਜ਼ਾਦ ਬਣਾਉਣ ਲਈ ਸੰਵਿਧਾਨ ਵਿੱਚ ਕਈ ਕਦਮ ਚੁੱਕੇ ਗਏ ਹਨ। ਮਿਸਾਲ ਵਜੋਂ ਜੱਜਾਂ ਦੀ ਨਿਯੁਕਤੀ, ਤਨਖਾਹ, ਭੱਤੇ, ਕਾਰਜਕਾਲ ਬਾਕੀ ਕਰਮਚਾਰੀਆਂ ਅਧਿਕਾਰੀਆਂ ਤੋਂ ਵੱਖਰੇ ਹਨ। ਜੱਜ ਜਿਹੜੇ ਹੈ ਸੁਤੰਤਰ ਅਤੇ ਨਿਰਪੱਖ ਹੋ ਕੇ ਫੈਸਲੇ ਲੈਂਦੇ ਹਨ। ਨੈਕਸਟ ਹੈ, ਗਾਂਧੀ ਜੀ ਨੇ ਅੰਗਰੇਜ਼ਾਂ ਖਿਲਾਫ ਕਿਹੜੇ ਅੰਦੋਲਨ ਚਲਾਏ? ਇਹ ਪਹਿਲਾਂ ਵੀ ਪੜ੍ਹ ਲਿਆ ਹੈ। 1920 ਵਿੱਚ ਨਾ ਮਿਲਵਰਤਨ, 1930 ਵਿੱਚ ਸਿਵਲ ਨਾਫਰਮਾਨੀ ਅੰਦੋਲਨ, 1942 'ਚ ਭਾਰਤ ਛੱਡੋ ਅੰਦੋਲਨ ਗਾਂਧੀ ਜੀ ਦੁਆਰਾ ਚਲਾਏ ਗਏ, ਜਿਹੜੇ ਸਾਰੇ ਅੰਗਰੇਜ਼ਾਂ ਦੇ ਖਿਲਾਫ ਚਲਾਏ ਗਏ ਸੀ। ਲਾਸਟ ਪ੍ਰਸ਼ਨ ਹੈ, ਸ਼ਰਾਬਬੰਦੀ ਤੋਂ ਕੀ ਭਾਵ ਹੈ? ਸ਼ਰਾਬਬੰਦੀ ਤੋਂ ਭਾਵ ਸ਼ਰਾਬ 'ਤੇ ਪੂਰਨ ਰੂਪ ਵਿੱਚ ਪਾਬੰਦੀ, ਉਸ ਦੇ ਵੇਚਣ 'ਤੇ, ਉਸ ਦੇ ਪੀਣ 'ਤੇ ਪੂਰਨ ਰੂਪ ਵਿੱਚ ਪਾਬੰਦੀ। ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ? ਇਸ ਨੂੰ ਸਖਤ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ। ਸਰਕਾਰ ਨੂੰ ਅਤੇ ਸਮਾਜ ਨੂੰ ਇਸ ਵੱਲੋਂ ਪੂਰਨ ਤੌਰ 'ਤੇ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਵੱਲੋਂ ਸ਼ਰਾਬਬੰਦੀ 'ਤੇ ਪੂਰਨ ਰੋਕ ਲਈ ਉਪਰਾਲੇ ਕਰਨੇ ਚਾਹੀਦੇ ਹਨ। ਬੇਟਾ ਇਹ ਤੁਹਾਡੇ ਅਭਿਆਸ ਪ੍ਰਸ਼ਨ ਸਨ। ਤੁਸੀਂ ਇਹਨਾਂ ਨੂੰ ਆਪਣੀਆਂ ਨੋਟਬੁੱਕ 'ਤੇ ਨੋਟ ਕਰ ਲੈਣਾ ਹੈ ਅਤੇ ਲਰਨ ਕਰਨਾ ਹੈ। ਧੰਨਵਾਦ।